ਪਿਆਰੇ ਵਿਦਿਆਰਥੀਓ, ਅੰਮ੍ਰਿਤ ਸੀਨੀਅਰ ਸੈਕੰਡਰੀ ਸਕੂਲ ਦੇ YouTube ਚੈਨਲ 'ਤੇ ਪੰਜਾਬੀ ਦੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਪਣੀ 9ਵੀਂ ਸ਼੍ਰੇਣੀ ਦੀ ਪਾਠ ਪੁਸਤਕ ਵੰਨਗੀ ਵਿੱਚੋਂ ਕਹਾਣੀ ਨੰਬਰ 4 ਮੁਰਗੀਆਂ ਪੜ੍ਹਨ ਜਾ ਰਹੇ ਹਾਂ, ਜੋ ਕਿ ਨਿਰੰਗ ਸਿੰਘ ਦੁਆਰਾ ਲਿਖੀ ਗਈ ਹੈ। ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਨਿਰੰਗ ਸਿੰਘ ਬਾਰੇ ਦੱਸ ਦਈਏ। ਨਿਰੰਗ ਸਿੰਘ ਦਾ ਜਨਮ 1905 ਈਸਵੀ ਨੂੰ ਮਾਤਾ ਸ਼੍ਰੀਮਤੀ ਭਗਵਾਨ ਕੌਰ ਅਤੇ ਪਿਤਾ ਸ਼੍ਰੀ ਪੂਰਨ ਸਿੰਘ ਦੇ ਘਰ ਚੱਕ ਨੰਬਰ 24 ਜ਼ਿਲ੍ਹਾ ਲਾਇਲਪੁਰ ਪਾਕਿਸਤਾਨ ਵਿਖੇ ਹੋਇਆ। ਮੁੱਢਲੀ ਸਿੱਖਿਆ 10ਵੀਂ ਤੱਕ ਖਾਲਸਾ ਹਾਈ ਸਕੂਲ ਲਾਇਲਪੁਰ ਤੋਂ ਕੀਤੀ ਅਤੇ ਉਚੇਰੀ ਧਾਰਮਿਕ ਵਿੱਦਿਆ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਗ੍ਰਹਿਣ ਕੀਤੀ। 1934 ਈਸਵੀ ਵਿੱਚ ਆਪ ਦੀ ਪਹਿਲੀ ਕਹਾਣੀ ਤਾਰੋ ਪ੍ਰੀਤਲੜੀ ਵਿੱਚ ਛਪੀ। 1939 ਈਸਵੀ ਤੋਂ 1947 ਈਸਵੀ ਤੱਕ ਸੰਸਾਰ ਪ੍ਰੀਤ ਮੰਡਲ ਦੇ ਮੈਂਬਰ ਵਜੋਂ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਸੰਪਰਕ ਵਿੱਚ ਰਹੇ। ਪ੍ਰੀਤਨਗਰ ਰਹਿੰਦਿਆਂ ਪ੍ਰੀਤਲੜੀ ਉਰਦੂ ਅਤੇ ਪ੍ਰੀਤਲੜੀ ਸੈਨਿਕ ਸਪਤਾਹਿਕ ਦੇ ਸੰਪਾਦਕ ਰਹੇ। ਆਪ ਮਲਾਇਆ ਦੀ ਯਾਤਰਾ 'ਤੇ ਵੀ ਗਏ। ਦੇਸ਼ ਦੀ ਵੰਡ ਤੋਂ ਬਾਅਦ ਆਪ ਨੂੰ ਪਿੰਡ ਸਵਾੜਾ ਤਹਿ ਖਰੜ ਵਿੱਚ ਜ਼ਮੀਨ ਅਲਾਟ ਹੋਈ ਅਤੇ ਇੱਥੇ ਹੀ ਰਹਿਣ ਲੱਗ ਪਏ। 1954 ਈਸਵੀ ਤੋਂ 1963 ਈਸਵੀ ਤੱਕ ਕਮਿਊਨਿਟੀ ਪ੍ਰੋਜੈਕਟ ਵਿਭਾਗ ਪੰਜਾਬ ਵਿੱਚ ਨੌਕਰੀ ਕੀਤੀ ਤੇ ਇਸੇ ਦੌਰਾਨ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਦੇ ਲੋਕ ਗੀਤ ਅਤੇ ਪੰਜਾਬ ਨਾਂ ਦੀਆਂ ਪੁਸਤਕਾਂ ਲਈ ਸਹਿਯੋਗ ਦਿੱਤਾ। ਮੁੱਢਲੇ ਕਹਾਣੀਕਾਰਾਂ ਵਿੱਚ ਆਪ ਦਾ ਨਾਂ ਵਿਸ਼ੇਸ਼ ਸਥਾਨ ਰੱਖਦਾ ਹੈ। ਉਹਨਾਂ ਦੇ ਭੁੱਖੀਆਂ ਰੂਹਾਂ, ਬੋਝਲਪਣ, ਮਿਰਜ਼ੇ ਦੀ ਜੂਹ, ਬੂਹਾ ਖੁੱਲ੍ਹ ਗਿਆ, ਮੁਹਾਂਦਰੇ, ਅੰਨਾ ਖੂਹ ਬੱਚਿਆਂ ਲਈ ਆਦਿ ਕਹਾਣੀ ਸੰਗ੍ਰਹਿ ਜ਼ਿਕਰਯੋਗ ਹਨ। ਆਪ ਦੀਆਂ ਕੁਝ ਹੋਰ ਰਚਨਾਵਾਂ ਸਾਂਝ ਸਵੇਰ ਕਾਵਿ ਸੰਗ੍ਰਹਿ ਤੇ ਮਿੰਦੋ ਨਾਵਲ ਵੀ ਹਨ। ਹੱਥਲੀ ਪਾਠ ਪੁਸਤਕ ਵਿੱਚ ਆਪ ਦੀ ਬਹੁ ਚਰਚਿਤ ਕਹਾਣੀ ਮੁਰਗੀਆਂ ਸ਼ਾਮਲ ਕੀਤੀ ਗਈ ਹੈ। ਆਓ ਕਹਾਣੀ ਪੜ੍ਹਨ ਤੋਂ ਪਹਿਲਾਂ ਅਸੀਂ ਕਹਾਣੀ ਵਿੱਚ ਹੁਣ ਤੱਕ ਜੋ ਪੜ੍ਹਾਂਗੇ ਉਸ 'ਤੇ ਚਾਨਣਾ ਪਾਈਏ। ਇਸ ਕਹਾਣੀ ਵਿੱਚ ਕਰੀਮੂ ਅਤੇ ਰਹੀਮੂ ਦੋ ਭਰਾ ਹਨ। ਉਹ ਸਦਾ ਖੇਡਣ ਵਿੱਚ ਮਸਤ ਰਹਿੰਦੇ ਹਨ। ਉਹਨਾਂ ਦੀ ਬਿਮਾਰ ਮਾਂ ਮੰਜੇ 'ਤੇ ਪਈ ਦਮ ਤੋੜ ਰਹੀ ਹੈ, ਪਰ ਉਹਨਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ। ਉਹਨਾਂ ਦੇ ਪਿਤਾ ਜੁਆਰੀਆ ਅਤੇ ਨਸ਼ੇੜੀ ਸੀ, ਜੋ ਜੂਏ ਵਿੱਚ ਆਪਣਾ ਸਭ ਕੁਝ ਹਾਰ ਚੁੱਕਾ ਸੀ। ਵਿਹਲੇ ਰਹਿਣ ਕਾਰਨ ਪਿੰਡ ਵਾਲੇ ਉਹਨਾਂ 'ਤੇ ਚੋਰੀਆਂ ਕਰਨ ਦਾ ਸ਼ੱਕ ਕਰਦੇ ਹਨ। ਬਿਮਾਰ ਪਈ ਮਾਂ ਦੋਹਾਂ ਭਰਾਵਾਂ ਨੂੰ ਦੱਸਦੀ ਹੈ ਕਿ ਉਸ ਦੇ ਕੰਨਾਂ ਵਿੱਚ ਪਾਈਆਂ ਮੁਰਗੀਆਂ ਉਹਨਾਂ ਦੇ ਬਾਪ ਦੀ ਨਿਸ਼ਾਨੀ ਹੈ। ਇਹ ਮੁਰਗੀਆਂ ਉਹ ਸਾਰੀ ਉਮਰ ਉਸ ਦੇ ਕੰਨਾਂ ਵਿੱਚ ਪਾਈਆਂ ਦੇਖਣੀਆਂ ਚਾਹੁੰਦਾ ਸੀ। ਮਾਂ ਦੀ ਮੌਤ ਉਪਰੰਤ ਉਹ ਕਬਰਾਂ ਵਿੱਚ ਦਫਨ ਆਪਣੀ ਮਾਂ ਦੇ ਕੰਨਾਂ ਤੋਂ ਮੁਰਗੀਆਂ ਲਾ ਕੇ ਵੇਚਣ ਦੀ ਵੀ ਸੋਚਦੇ ਹਨ। ਜਦੋਂ ਉਹ ਕਬਰ ਪੁੱਟਣ ਲੱਗਦੇ ਹਨ ਤਾਂ ਉਹਨਾਂ ਨੂੰ ਆਪਣੀ ਮਾਂ ਦੀ ਨਸੀਹਤ ਯਾਦ ਆ ਜਾਂਦੀ ਹੈ ਤੇ ਉਹਨਾਂ ਦੇ ਮਨਾਂ 'ਤੇ ਗਹਿਰਾ ਅਸਰ ਹੁੰਦਾ ਹੈ। ਉਹ ਮਾਂ ਦੇ ਕੰਨਾਂ ਦੀਆਂ ਮੁਰਗੀਆਂ ਬਿਨਾਂ ਉਤਾਰੇ ਘਰ ਵਾਪਸ ਪਰਤ ਆਉਂਦੇ ਹਨ। ਇਸ ਪ੍ਰਕਾਰ ਇਹ ਕਹਾਣੀ ਬੜੇ ਮਾਰਮਿਕ ਅੰਤ ਨਾਲ ਖਤਮ ਹੁੰਦੀ ਹੈ। ਆਓ ਕਹਾਣੀ ਸ਼ੁਰੂ ਕਰਦੇ ਹਾਂ। ਮੁਰਗੀਆਂ। ਹਾਏ, ਬਿਮਾਰ ਮਾਂ ਅੰਦਰ ਹੰਗੂਰਾ ਮਾਰਦੀ ਸੀ। ਕਰੀਮੂ ਤੇ ਰਹੀਮੂ ਬਾਹਰ ਅਖਰੋਟ ਪਏ ਖੇਡਦੇ ਸਨ। ਮੇਰੀ ਚੱਲ ਸੁੱਟ, ਕਰੀਮੂ ਨੇ ਕਿਹਾ। ਰਹੀਮੂ ਨੇ ਪਚਾਮੀਆਂ ਤੋਂ ਖਲੋ ਕੇ ਅਖਰੋਟ ਦੀ ਲੱਪ ਖੁੱਤੀ ਵੱਲ ਵਗਾਹੀ। ਕੁਝ ਪੈ ਗਏ ਤੇ ਬਾਕੀ ਦੇ ਬਾਹਰ ਖਿੰਡਰਿਆਂ ਵੇਖਦਿਆਂ ਉਸ ਆਪਣੇ ਵੱਡੇ ਭਰਾ ਕਰੀਮੂ ਨੂੰ ਪੁੱਛਿਆ, ਦੱਸ ਚੋਟ ਕਿਹੜੇ 'ਤੇ ਲਾਵਾਂ? ਲਾ ਵਿਚਕਾਰਲੇ 'ਤੇ। ਰਹੀਮੂ ਨੇ ਸ਼ਿਸ਼ਤ ਬੰਨ੍ਹ ਕੇ ਅੱਗੇ ਨੂੰ ਝੁਕ ਕੇ ਦੱਸੇ ਅਖਰੋਟ 'ਤੇ ਖਰੋਟ ਵਗਾਇਆ, ਪਰ ਨਿਸ਼ਾਨਾ ਉੱਕ ਗਿਆ। ਹਾ, ਉੱਕ ਗਿਆ। ਕਰੀਮੂ ਉੱਚੀ ਸਾਰੀ ਹੱਸ ਉੱਠਿਆ। ਹਾਏ, ਵੇ ਪਾਣੀ ਦਾ ਘੁੱਟ ਮੂੰਹ ਵਿੱਚ ਪਾ ਜਾਓ ਵੇ, ਅੰਦਰੋਂ ਮਾਂ ਦੀ ਟੁੱਟਵੀਂ ਆਵਾਜ਼ ਆਈ। ਦੇ ਦਿੰਦੇ ਆਂ ਮਾਂ ਪਾਣੀ ਵੀ, ਕਰੀਮੂ ਨੇ ਅਖਰੋਟ ਹੂੰਝਦਿਆਂ ਆਖਿਆ ਤੇ ਕਾਹਲੀ ਨਾਲ ਉਹ ਨਿਯਤ ਥਾਂ 'ਤੇ ਅਖਰੋਟ ਖੁੱਤੀ ਵਿੱਚ ਪਾਉਣ ਲਈ ਜਾ ਖੜੋਤਾ ਤੇ ਅੱਗੇ ਨੂੰ ਬਾਂਹ ਕਰਕੇ ਅਖਰੋਟ ਖੁੱਤੀ ਵੱਲ ਸੁੱਟੇ। ਨਾਲੇ ਉਸ ਰਹੀਮੂ ਤੋਂ ਪੁੱਛਿਆ,
ਕਿੰਨੇ ਪਏ ਨੇ? ਇੱਕੋ ਪਿਆ ਕੁੱਲ। ਰਹੀਮੂ ਇਸ ਤੇ ਡਾਢਾ ਖੁਸ਼ ਸੀ। ਉਸ ਚੋਟ ਲਾਉਣ ਲਈ ਇੱਕ ਅਖਰੋਟ ਵੱਲ ਇਸ਼ਾਰਾ ਕੀਤਾ। ਪਤਾ ਨਹੀਂ ਕਰੀਮੂ ਤੋਂ ਚੋਟ ਲੱਗੀ ਕਿ ਨਾ, ਪਰ ਉਹ ਇਹ ਜਾਣ ਕੇ ਉਸ ਦੀ ਚੋਟ ਅਖਰੋਟ ਤੇ ਵੱਜ ਗਈ ਏ ਤੇ ਉਹ ਸਾਰੇ ਅਖਰੋਟ ਹੁੰਜਣ ਦਾ ਹੱਕਦਾਰ ਹੈ। ਅੱਗੇ ਵਧਿਆ, ਪਰ ਰਹੀਮੂ ਨੇ ਇਉਂ ਕਰਨ ਤੋਂ ਉਹਨੂੰ ਡੱਕਿਆ। ਉਹਦਾ ਖਿਆਲ ਸੀ ਚੋਟ ਨਹੀਂ ਵੱਜੀ ਤੇ ਐਵੇਂ ਉਹ ਸਾਰੇ ਅਖਰੋਟ ਚੁੱਕ ਨਹੀਂ ਸਕਦਾ। ਪਰ ਕਰੀਮੂ ਆਖੀ ਜਾਏ ਚੋਟ ਲੱਗੀ ਏ। ਰਹੀਮੂ ਆਖੇ ਤੂੰ ਰੋਂਦੂ ਏ। ਵਧਾਣ ਵੱਧ ਗਿਆ। ਦੋਵੇਂ ਗੁੱਥਮ ਗੁੱਥਾ ਹੋ ਗਏ ਪਏ। ਕਰੀਮੂ ਵੱਡਾ ਸੀ। ਉਸ ਰਹੀਮੂ ਦੇ ਦੰਦਾਂ ਤੇ ਹੂਰਾ ਕੱਢ ਮਾਰਿਆ ਤੇ ਲਹੂ ਵਗ ਪਿਆ। ਬੁੱਢੀ ਮਾਂ ਅੰਦਰੋਂ ਇੱਕੋ ਸਾਹੇ ਹਾਏ ਹਾਏ ਕਰਦੀ ਪਾਣੀ ਮੰਗਦੀ ਰਹੀ। ਉਹਦੇ ਕੰਨੀ ਇਹਨਾਂ ਦੇ ਵਖੜਾਂਦ ਦੀ ਆਵਾਜ਼ ਪੈ ਪੈ ਉਹਨੂੰ ਵਧੇਰੇ ਦੁਖੀ ਕਰਦੀ ਸੀ। ਪਿਆਰੇ ਵਿਦਿਆਰਥੀਓ, ਅਸੀਂ ਕਹਾਣੀ ਵਿੱਚ ਪੜ੍ਹਿਆ ਕਿ ਰਹੀਮੂ ਤੇ ਕਰੀਮੂ ਦੋਨੋਂ ਭਰਾ ਸਨ ਤੇ ਦੋਵੇਂ ਜਿਸ ਤਰ੍ਹਾਂ ਛੋਟੇ ਹੁੰਦੇ ਬੱਚੇ ਆਮ ਹੀ ਬਰਾਂਟੇ ਵਗੈਰਾ ਖੇਲਦੇ ਹਨ ਤੇ ਇਸ ਤਰ੍ਹਾਂ ਹੀ ਉਹ ਦੋਵੇਂ ਭਰਾ ਅਖਰੋਟ ਲੈ ਕੇ ਉਸ ਨਾਲ ਖੇਡਦੇ ਤੇ ਅੰਦਰ ਉਹਨਾਂ ਦੀ ਮਾਂ ਬਿਮਾਰ ਪਈ ਹੋਈ ਸੀ, ਜੋ ਪਾਣੀ ਦੇ ਘੁੱਟ ਵਾਸਤੇ ਤਰਸਦੀ ਪਈ ਸੀ। ਪਰ ਖੇਡਦੇ ਖੇਡਦੇ ਦੋਵਾਂ ਭਰਾਵਾਂ ਵਿੱਚ ਅਖਰੋਟਾਂ ਤੋਂ ਲੜਾਈ ਹੋ ਜਾਂਦੀ ਹੈ ਤੇ ਮਾਂ ਉਹਨਾਂ ਦੀ ਲੜਾਈ ਦੀ ਆਵਾਜ਼ ਸੁਣ ਕੇ ਹੋਰ ਵੀ ਅੰਦਰੋਂ ਦੁਖੀ ਹੋ ਰਹੀ ਸੀ। ਆਓ ਅੱਗੇ ਕਹਾਣੀ ਪੜ੍ਹਦੇ ਹਾਂ। ਉਹਦੇ ਤਿਹਾਏ ਬੁੱਲਾਂ ਤੇ ਸਿੱਕੜੀਆਂ ਆ ਗਈਆਂ ਸਨ, ਪਰ ਕਿਸੇ ਉਹਦੀ ਨਾ ਸੁਣੀ ਕਿ ਕਿਵੇਂ ਰਹੀਮੂ ਤੇ ਕਰੀਮੂ ਦੀ ਮਾਂ ਪਾਣੀ ਪਾਣੀ ਚਿਲਾ ਰਹੀ ਸੀ। ਪਰ ਰਹੀਮੂ ਤੇ ਕਰੀਮੂ ਦੋਵੇਂ ਖੇਡਣ ਵਿੱਚ ਮਸਤ ਸੀ ਤੇ ਬਾਅਦ ਵਿੱਚ ਲੜਾਈ ਵਿੱਚ ਮਸਤ ਹੋਣ ਕਰਕੇ ਉਹਨਾਂ ਆਪਣੀ ਮਾਂ ਨੂੰ ਪਾਣੀ ਦੀ ਘੁੱਟ ਵੀ ਨਾ ਦਿੱਤੀ। ਅੱਜ ਹੀ ਨਹੀਂ, ਅੱਗੇ ਵੀ ਅਨੇਕਾਂ ਵਾਰੀ ਦੋਵੇਂ ਖੇਡਦੇ ਖੇਡਦੇ ਲੜ ਪੈਂਦੇ ਹੁੰਦੇ ਸਨ। ਇੱਕ ਦੂਜੇ ਦੇ ਝੱਗੇ ਖੋਹ ਕੱਤਦੇ, ਖਰੂੰਡਾਂ ਨਾਲ ਮੂੰਹ ਛਿੱਲ ਜਾਂਦੇ, ਪਰ ਮੁੜ ਗੁੱਸਾ ਢਿੱਲਾ ਹੋਣ ਤੇ ਦੋਵੇਂ ਜਿਹੇ ਦੇ ਉਹੇ ਜਿਹੇ ਹੋ ਜਾਂਦੇ। ਦੋਹਾਂ ਦੇ ਪਿੰਡੇ ਘੱਟੇ ਨਾਲ ਅੱਟੇ ਹੋਏ, ਪੈਰੋਂ ਨੰਗੇ ਨਖੜੰਮੇ ਜਿਹੇ ਉਹ ਪਿੰਡ ਦੀਆਂ ਗਲੀਆਂ ਵਿੱਚ ਭੌਂਦੂ ਰਹਿੰਦੇ ਹੁੰਦੇ ਸਨ। ਲੋਕੀ ਉਹਨਾਂ ਵੱਲ ਤੱਕਦੇ, ਪਰ ਕੋਈ ਉਹਨਾਂ ਨੂੰ ਮੂੰਹ ਨਾ ਲਾਉਂਦਾ। ਹੋਰ ਕੋਈ ਮੁੰਡਾ ਵੀ ਉਹਨਾਂ ਨਾਲ ਨਾ ਖੇਡਦਾ। ਸਦਾ ਹੀ ਭਾਂਤ ਭਾਂਤ ਦੀਆਂ ਗੱਲਾਂ ਉਹਨਾਂ ਬਾਰੇ ਚੱਲਦੀਆਂ ਰਹਿੰਦੀਆਂ ਸਨ। 16 ਤੇ 14 ਵਰ੍ਹਿਆਂ ਦੇ ਕਰੀਮੂ ਰਹੀਮੂ ਅਖਰੋਟਾਂ ਨਾਲ ਖੁੱਤੀ ਖੇਡਦੇ, ਲੋਕਾਂ ਨੂੰ ਉੱਕਾ ਨਾ ਪਾਉਂਦੇ। ਇਹ ਖੇਡ ਨਿੱਕੇ ਬੱਚਿਆਂ ਦੀ ਜੋ ਹੋਈ, ਪਰ ਇਹ ਦੋਵੇਂ ਭਰਾ ਘੜੇ ਹੋਏ ਹੀ ਵੱਖਰੀ ਮਿੱਟੀ ਦੇ ਸਨ। ਅਖਰੋਟਾਂ ਤੋਂ ਹਟ ਕੌਡੀਆਂ ਨੂੰ ਜੁੱਟ ਜਾਂਦੇ। ਕਈ ਵਾਰ ਉਹ ਹੀ ਜੂਤ ਪਤੰਗ ਹੋ ਕੇ ਰੁੱਸੇ ਰੁੱਸੇ ਪਿੰਡ ਦੀਆਂ ਹੱਟੀਆਂ ਤੇ ਜਾ ਬਹਿੰਦੇ। ਉੱਥੇ ਲੋਕਾਂ ਦੀਆਂ ਉਧਰੇਲੀਆਂ ਸਲੂਨੀਆਂ ਅਲੂਨੀਆਂ ਵਿੱਚ ਇਹਨਾਂ ਦੇ ਕੰਨ ਰਸੇ ਰਹਿੰਦੇ। ਹੱਥ ਨੂੰ ਘਰ ਪਰਤਣ ਵੇਲੇ ਮੁੜ ਦੋਹਾਂ ਦੀ ਗਲਵੱਕੜੀ ਪਈ ਹੁੰਦੀ ਸੀ। ਪਿਆਰੇ ਵਿਦਿਆਰਥੀਓ, ਕਿ ਕਿਵੇਂ ਰਹੀਮੂ ਤੇ ਕਰੀਮੂ ਨੂੰ ਪਿੰਡ ਵਿੱਚ ਕੋਈ ਵੀ ਚੰਗਾ ਨਾ ਸਮਝਦਾ। ਉਹ ਦੋਵੇਂ ਭਰਾ ਗੰਦੇ ਮੰਦੇ ਬਣੇ, ਘੱਟੇ ਨਾਲ ਕੱਪੜਿਆਂ ਨਾਲ ਭਰੇ। ਲੋਕੀ ਉਹਨਾਂ ਵੱਲ ਦੇਖਦੇ। ਕੋਈ ਬੱਚਾ ਉਹਨਾਂ ਦੀ ਦੋਸਤੀ ਵੀ ਕਰਨਾ ਪਸੰਦ ਨਹੀਂ ਸੀ ਕਰਦਾ। ਉਹ ਸਾਰਾ ਦਿਨ ਪਿੰਡ ਵਿੱਚ ਖੇਡ ਕੇ ਘੁੰਮ ਫਿਰ ਕੇ ਤੇ ਸ਼ਾਮ ਨੂੰ ਫਿਰ ਗਲਾਂ ਵਿੱਚ ਗਲਵੱਕੜੀ ਪਾ ਕੇ ਘਰ ਵਾਪਸ ਮੁੜ ਪੈਂਦੇ। ਆਓ ਅਗਲਾ ਪੈਰਾ ਸ਼ੁਰੂ ਕਰਦੇ ਹਾਂ। ਮਾਂ ਨੂੰ ਬਿਮਾਰ ਪਿਆ ਮਹੀਨੇ ਤੋਂ ਉੱਤੇ ਹੋ ਗਿਆ ਸੀ। ਹਕੀਮ ਜਾਂ ਡਾਕਟਰ ਨੂੰ ਸੱਦਣ ਦੀ ਉਸ ਵਿੱਚ ਵੀ ਪੁੱਜਤ ਹੀ ਕਿੱਥੇ ਸੀ। ਪਰ ਲਾਗਲੇ ਸ਼ਹਿਰ ਦੇ ਸਰਕਾਰੀ ਹਸਪਤਾਲ ਮੁਫਤ ਦਵਾਈਆਂ ਲਿਆਉਣ ਦੀ ਵੀ ਵਿਹਲ ਵੀ ਤੇ ਕਰੀਮੂ ਰਹੀਮੂ ਨੂੰ ਨਹੀਂ ਸੀ ਲੱਭਦੀ। ਜਦੋਂ ਅਖਰੋਟ ਤੋਂ ਕੌਡੀਆਂ ਖੇਡ ਹਟਦੀ ਤੇ ਹੱਟਾਂ ਤੇ ਕੋਈ ਗੱਲਾਂ ਕਰਨ ਵਾਲਾ ਬੰਦਾ ਵੀ ਉਹਨਾਂ ਨੂੰ ਦਿਖਾਈ ਨਾ ਦਿੰਦਾ, ਤਾਂ ਉਹ ਆਪਣੀਆਂ ਗੁਲੇਲਾਂ ਤੇ ਗੋਲੀਆਂ ਚੁੱਕ ਕੇ ਬਾਹਰ ਸ਼ਿਕਾਰ ਨੂੰ ਟੋਰ ਵਗਦੇ। ਜੰਡਾ ਚਰਵਾਹਾਂ ਵਣਾਂ ਥੱਲੇ ਖਲੋ ਕੇ ਉੱਥੇ ਬੈਠੇ ਪੰਛੀਆਂ ਨੂੰ ਲੱਭਦੇ। ਜੇ ਕੋਈ ਕਬੂਤਰ, ਘੁੱਗੀ, ਤਿਲੀਅਰ ਜਾਂ ਤਿੱਤਰ ਉਹਨਾਂ ਨੂੰ ਕਿਸੇ ਦਰਖਤ ਉੱਤੇ ਦਿਸ ਪੈਂਦਾ ਤਾਂ ਦੋਵੇਂ ਡੰਡ ਪਾ ਦਿੰਦੇ। ਉਹ ਬੈਠਾ ਏ, ਐ ਬੈਠਾ ਏ, ਤੇ ਆਪਣੀਆਂ ਗੁਲੇਲਾਂ ਦੀਆਂ ਤੰਦਾਂ ਖਿੱਚਦੇ। ਪਰ ਜਨੌਰ ਪਹਿਲਾਂ ਹੀ ਰੌਲਾ ਸੁਣ ਕੇ ਉੱਡ ਚੁੱਕ ਹੁੰਦੇ ਸਨ। ਉਹਨਾਂ ਤੋਂ ਅੱਜ ਤੀਕਰ ਕਦੇ ਕੋਈ ਪੰਛੀ ਨਹੀਂ ਸੀ ਮੋਇਆ। ਹਾਰ ਕੇ ਉਹ ਕਿਸੇ ਵਗਦੇ ਸੂਏ ਦੇ ਕੰਢੇ ਖਲੋਤੇ ਬ੍ਰਿਛ ਦੀਆਂ ਛਾਵੇਂ ਬਹਿ ਜਾਂਦੇ। ਕਦੇ ਬੁੱਕਾਂ ਨਾਲ ਪਾਣੀ ਪੀਂਦੇ ਤੇ ਕਦੇ ਟਾਵੀਆਂ ਟਾਵੀਆਂ ਗੱਲਾਂ ਕਰਦੇ।
ਲੋਕੀ ਪਤਾ ਨਹੀਂ ਕਿੱਦਾਂ ਸ਼ਿਕਾਰ ਖੇਡ ਲੈਂਦੇ ਨੇ। ਕਰੀਮੂ ਉਂਗਲਾਂ ਨਾਲ ਗਾਰਾ ਕਰੋਚਦਾ ਐਵੇਂ ਜਿਹੇ ਆਖਦਾ, ਪਿਆਰੇ ਵਿਦਿਆਰਥੀਓ, ਕਰੀਮੂ ਤੇ ਰਹੀਮੂ ਦੀ ਮਾਂ ਕਈ ਮਹੀਨੇ ਤੋਂ ਪਿਛਲੇ ਬਿਮਾਰ ਸੀ, ਪਰ ਉਹਨਾਂ ਕੋਲ ਉਸ ਨੂੰ ਦਵਾਈ ਦਵਾਉਣ ਜੋਗੇ ਵੀ ਪੈਸੇ ਨਹੀਂ ਸਨ। ਪਰ ਉਹਨਾਂ ਦੋਵਾਂ ਕੋਲ ਇੰਨਾ ਵੀ ਨਹੀਂ ਵੇਲ ਸੀ ਕਿ ਉਹ ਜਾ ਕੇ ਸਰਕਾਰੀ ਹਸਪਤਾਲ ਤੋਂ ਵੀ ਆਪਣੀ ਮਾਂ ਲਈ ਕੋਈ ਦਵਾਈ ਲੈ ਆਉਣ। ਉਹ ਸਾਰਾ ਦਿਨ ਪਿੰਡ ਦੇ ਵਿੱਚ ਵਿਹਲੇ ਤੁਰਦੇ ਫਿਰਦੇ, ਕਦੀ ਆਪਣੀ ਗਲੇਲਾਂ ਨਾਲ ਕਿਸੇ ਪੰਛੀਆਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਤੇ ਕਦੀ ਕੋਈ ਨਾ ਕੋਈ ਖੇਡ ਖੇਡਦੇ। ਪਿਆਰੇ ਵਿਦਿਆਰਥੀਓ, ਜਦੋਂ ਉਹਨਾਂ ਕੋਲ ਗਲੇਲ ਦੇ ਨਾਲ ਵੀ ਕੋਈ ਪੰਛੀ ਨਾ ਮਰਦਾ ਤਾਂ ਉਹ ਸੋਚਦੇ ਕਿ ਪਤਾ ਨਹੀਂ ਦੂਜਿਆਂ ਕੋਲ ਇਹ ਕੰਮ ਕਿਵੇਂ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਉਹ ਸਾਰਾ ਦਿਨ ਇਸ ਤਰ੍ਹਾਂ ਹੀ ਵਿਹਲੀਆਂ ਗੱਲਾਂ ਕਰਦੇ ਕਰਦੇ ਸ਼ਾਮ ਨੂੰ ਫਿਰ ਘਰ ਪਰਤ ਆ ਜਾਂਦੇ। ਅੱਜ ਅਸੀਂ ਇਸ ਕਹਾਣੀ ਦਾ ਪੰਨਾ ਨੰਬਰ 41, 42, 43 ਤੇ 44 ਪੜ੍ਹਿਆ ਹੈ। ਆਓ ਹੁਣ ਇਸ ਨਾਲ ਸੰਬੰਧਿਤ ਤੁਹਾਨੂੰ ਪ੍ਰਸ਼ਨ ਦੱਸ ਦਈਏ, ਜਿਸ ਨੂੰ ਤੁਸੀਂ ਆਪਣੀ ਕਾਪੀ ਤੇ ਲਿਖਣਾ ਹੈ। ਪ੍ਰਸ਼ਨ ਨੰਬਰ 1, ਮੁਰਕਿਆ ਕਹਾਣੀ ਦਾ ਲੇਖਕ ਕੌਣ ਹੈ? ਪ੍ਰਸ਼ਨ ਨੰਬਰ 2, ਦੋਹਾਂ ਭਰਾਵਾਂ ਦਾ ਕੀ ਨਾਂ ਸੀ? ਪ੍ਰਸ਼ਨ ਨੰਬਰ 3, ਰਹੀਮੂ ਬਾਹਰ ਕੀ ਖੇਡ ਰਿਹਾ ਸੀ? ਪ੍ਰਸ਼ਨ ਨੰਬਰ 4, ਦੋਨਾਂ ਭਰਾਵਾਂ ਦੀ ਉਮਰ ਕਿੰਨੀ ਸੀ? ਪ੍ਰਸ਼ਨ ਨੰਬਰ 5, ਉਹਨਾਂ ਦੀ ਮਾਂ ਕਿੰਨੇ ਚਿਰ ਤੋਂ ਬਿਮਾਰ ਸੀ? ਉਸ ਤੋਂ ਬਾਅਦ ਵਾਕ ਬਣਾਓ। ਅਖਰੋਟ ਮੁਫਤ ਖੇਡਣਾ, ਸ਼ਹਿਰ ਜਿੱਤਣਾ। ਧੰਨਵਾਦ। ਤੰਦਰੁਸਤ ਰਹੋ, ਸੁਰੱਖਿਅਤ ਰਹੋ।